ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਜੁੜ ਰਹੀਆਂ ਸਮੂਹ ਸੰਗਤਾਂ ਵਡਭਾਗੀ ਹੋ, ਜੋ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਸਹਿਜ ਪਾਠ ਰੂਪ ਵਿੱਚ ਸੰਥਿਆ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਦੇ ਕਰਮ ਅਤੇ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਜੁੜਨਾ ਕਰੀਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ 8ਵੀਂ ਅਸ਼ਟਪਦੀ ਅੰਕ ਨੰਬਰ 69 ਦੇ ਉੱਤੋਂ ਜਿਹੜੀ ਉਸ ਆਰੰਭਤਾ ਹੈ। ਆਓ ਆਰੰਭਤਾ ਕਰੀਏ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਤੀਜਾ। ਸਤਿਗੁਰ ਸੇਵਿਐ ਮਨ ਨਿਰਮਲਾ, ਭਈ ਪਵਿੱਤ ਸਰੀਰ। ਸੇਵਿਆ, ਜੇ ਸੇਵਾ ਕੀਤੀ ਜਾਏ, ਜੇ ਸ਼ਰਨ ਲਈ ਜਾਏ, ਜੇ ਪਾਤਸ਼ਾਹ ਜੀ ਗੁਰੂ ਦਾ ਹੁਕਮ ਮੰਨਿਆ ਜਾਏ। ਪਾਤਸ਼ਾਹ ਜੀ ਆਖਣ ਲੱਗੇ, ਜੇ ਗੁਰੂ ਦਾ ਪੱਲਾ ਫੜ ਰੱਖੀਏ ਤਾਂ ਮਨ ਪਵਿੱਤਰ ਹੋ ਜਾਂਦਾ ਹੈ। ਜੇ ਸਤਿਗੁਰੂ ਦੀ ਦੱਸੀ ਸੇਵਾ ਕਰੀਏ ਤਾਂ ਮਨ ਹੈ ਮਨ ਨਿਰਮਲਾ, ਮਨ ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਅਤੇ ਹੋਰ ਵੀ ਨਾਲ ਕੀ ਹੈ, ਪਵਿੱਤ ਭਏ ਪਵਿੱਤ ਸਰੀਰ। ਅਤੇ ਜਿਹੜਾ ਸਰੀਰ ਵੀ ਪਵਿੱਤਰ ਹੋ ਜਾਂਦਾ ਨਾਲ, ਕਿ ਇਕੱਲਾ ਮਨ ਹੀ ਨਹੀਂ, ਜਦੋਂ ਮਨ ਪਵਿੱਤਰ ਹੋ ਗਿਆ ਉਹਦੇ ਨਾਲ ਨਾਲ ਤਨ ਵੀ ਪਵਿੱਤਰ ਹੋ ਜਾਂਦਾ ਹੈ, ਉਹ ਵੀ ਜਿਹੜਾ ਹੈ ਨਿਰਮਲ ਹੋ ਜਾਂਦਾ ਹੈ। ਭਾਵ ਕਿ ਗਿਆਨ ਇੰਦਰੀ ਵਿਕਾਰਾਂ ਦੇ ਵੱਲੋਂ ਫਿਰ ਹਟੇ ਰਹਿੰਦੇ ਨੇ। ਇਹ ਜਿਹੜਾ ਹੈ ਗੁਰੂ ਦੇ ਅਨੁਸਾਰੀ ਹੋ ਕੇ ਫਿਰ ਇਹ ਕਿਰਤ ਕਰਮ ਕਰਦੇ ਨੇ, ਨਾ ਕਿ ਫਿਰ ਇਹ ਮਨ ਦੇ ਗਲਤ ਦੱਸੇ ਹੋਏ ਰਸਤੇ ਉੱਤੇ ਚੱਲਦੇ ਨੇ। ਕਿਉਂਕਿ ਜੇ ਮਨ ਹੀ ਠੀਕ ਹੋ ਗਿਆ, ਕਿ ਜਿਵੇਂ ਘੋੜੇ ਦੀਆਂ ਲਗਾਮਾਂ ਫੜਨ ਵਾਲਾ ਹੈ ਜਿਹੜਾ, ਉਹ ਹੀ ਠੀਕ ਰਸਤੇ 'ਤੇ ਆ ਗਿਆ ਤੇ ਆਪੇ ਹੈ ਕਿ ਰਸਤਾ ਵੀ ਕੱਟ ਹੋ ਜਾਏਗਾ, ਘੋੜੇ ਵੀ ਸਹੀ ਚੱਲਣਗੇ, ਰੱਥ ਵੀ ਸਹੀ ਚੱਲੇਗਾ, ਜੇਕਰ ਚਲਾਉਣ ਵਾਲਾ ਠੀਕ ਹੋਏ। ਇਸੇ ਤਰ੍ਹਾਂ ਇਹ ਮਨ ਹੈ, ਜੇ ਮਨ ਠੀਕ ਹੋ ਗਿਆ ਤੇ ਬਾਕੀ ਸਾਰਾ ਕੁਝ, ਸਰੀਰ ਵੀ ਪਵਿੱਤਰ ਹੋਏਗਾ ਤੇ ਇਹ ਤਨ ਵੀ ਪਵਿੱਤਰ ਹੋ ਜਾਏਗਾ, ਮਨ ਵੀ ਪਵਿੱਤਰ ਹੋ ਜਾਏਗਾ। ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਪਾਤਸ਼ਾਹ ਜੀ ਆਖਣ ਲੱਗੇ ਕਿ ਜਿਹੜਾ ਗੁਰੂ ਦੀ ਸ਼ਰਨ ਆ ਜਾਂਦਾ ਹੈ, ਗੁਰੂ ਦੇ ਦਰ 'ਤੇ ਆ ਜਾਂਦਾ ਹੈ, ਸ਼ਰਧਾ ਧਾਰ ਕੇ ਮਨ ਆਨੰਦ, ਉਸ ਦੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ। ਕਿ ਇਹ ਪੱਕੀ ਗੱਲ ਹੈ ਕਿ ਜਿਹੜਾ ਸ਼ਰਧਾ ਧਾਰ ਕੇ ਆਏਗਾ, ਜਿਹੜਾ ਭਰੋਸੇ ਦੇ ਨਾਲ ਆਏਗਾ, ਉਸ ਨੂੰ ਜੀਵਨ ਦੇ ਵਿੱਚ ਆਨੰਦ ਪ੍ਰਾਪਤ ਹੋਵੇਗਾ। ਇਹ ਗਰੰਟੀ ਹੈ। ਪਰ ਜੇਕਰ ਕੋਈ ਵੈਸੇ ਹੀ ਆਏਗਾ ਕਿ ਤੋਰਾ ਫੇਰਾ ਕਰਦਿਆਂ ਆ ਗਿਆ, ਚਲੋ ਜੀ ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਆਈਏ ਜਾਂ ਝੱਟ ਬੈਠ ਵੀ ਆਈਏ, ਮਨ ਕਿਤੇ ਹੋਰ ਹੋਇਆ, ਸਿਰਫ ਵੈਸੇ ਹੀ। ਕਿ ਇੱਕ ਹੁੰਦੀ ਹੈ ਪੂਰਤੀ ਕਰਨੀ ਬਾਹਰੋਂ, ਕਿ ਹਾਜ਼ਰੀ ਲਵਾ ਆਈਏ, ਕੰਮ ਕਰਨਾ ਜਾਂ ਨਹੀਂ ਕਰਨਾ ਗੱਲ ਵੱਖਰੀ ਹੈ। ਹੁੰਦਾ ਨਾ ਆਮ ਤੌਰ 'ਤੇ ਕਈ ਥਾਵਾਂ 'ਤੇ ਹੈ ਕਿ ਬਸ ਕੰਮ ਬੜਾ ਸੌਖਾ ਮਿਲਿਆ, ਸਵੇਰੇ ਜਾਣਾ ਹਾਜ਼ਰੀ ਲਾ ਆਉਣੀ ਹੈ ਅਤੇ ਸ਼ਾਮ ਨੂੰ ਜਾਣਾ ਹਾਜ਼ਰੀ ਲਾ ਆਉਣੀ ਹੈ, ਡਿਊਟੀ ਉੱਥੇ ਕੋਈ ਨਹੀਂ ਦੇਣੀ। ਕਹਿਣ ਤੋਂ ਭਾਵ ਹੈ ਕਿ ਜੋ ਨਿਯਮ ਹੈ, ਜੋ ਅਸਲ ਕਰਮ ਹੈ, ਉਹ ਕਰਨਾ ਹੀ ਨਹੀਂ, ਬਾਹਰੋਂ ਕਿ ਹਾਜ਼ਰੀ ਪੂਰੀ ਕਰਨੀ ਹੈ ਬਸ। ਇਸੇ ਕਰਕੇ ਪਰ ਹਾਜ਼ਰੀ ਲਵਾਉਣੀ ਵੀ ਜ਼ਰੂਰੀ ਹੈ ਕਿ ਮਾਲਕ ਫਿਰ ਰਹਿਮਤ ਕਈ ਵਾਰ ਕਰ ਵੀ ਦਿੰਦਾ, ਕਈ ਵਾਰ ਮਨ ਟਿਕ ਵੀ ਜਾਂਦਾ। ਪਰ ਸਿਰਫ ਤੇ ਸਿਰਫ ਬਾਹਰੋਂ ਹੀ ਤਨ ਨੂੰ ਝੁਕਾ ਕੇ ਚਲੇ ਜਾਣਾ, ਮਨ ਨੂੰ ਉਵੇਂ ਲੈ ਜਾਣਾ, ਪਾਤਸ਼ਾਹ ਜੀ ਆਖਣ ਲੱਗੇ ਫਿਰ ਪ੍ਰਵਾਨਗੀ ਨਹੀਂ ਹੈ।
पर जिहड़ा शरधा धर के आउंदा है, जिहड़ा भरोसे दे नाल आउंदा है गुरु दे दर ते, गुरु दे कोल, ਉਹਦੇ मन विच आनंद पैदा हुंदा है। ਉਹ आत्मक सुख सदा सुख पाया, ਉਹ सदा ਲਈ आत्मक सुख फिर माणदा है, सदा ਦੇ ਲਈ ਫਿਰ ਉਹ ਦੁਨਿਆਵੀ ਵਿਕਾਰਾਂ ਦੇ ਵੱਲੋਂ, ਮਾਇਆ ਦੇ ਮੋਹ ਵੱਲੋਂ ਫਿਰ ਹਟ ਜਾਂਦਾ ਹੈ। ਉਹਦਾ ਸਰੀਰ ਮਨ ਇਹ ਟਿਕ ਜਾਂਦਾ ਹੈ, ਆਤਮਿਕ ਆਨੰਦ, ਆਤਮਿਕ ਸੁਖ ਉਹ ਪ੍ਰਾਪਤ ਕਰ ਲੈਂਦਾ ਹੈ। ਭੇਟਿਆ ਗਹਿਰ ਗੰਭੀਰ, ਉਸ ਨੂੰ ਡੂੰਘਾ ਤੇ ਵੱਡੇ ਜਿਗਰੇ ਵਾਲਾ ਪ੍ਰਮਾਤਮਾ ਮਿਲ ਪੈਂਦਾ ਹੈ। ਗਹਿਰ ਆਪਾਂ ਸ਼ਬਦ ਕੋਈ ਬੜਾ ਗਹਿਰਾ ਹੈ, ਇਹ ਹੈ ਗਹਿਰ, ਭਾਵ ਬਹੁਤ ਡੂੰਘਾ, ਜਿਹਦੀ ਡੂੰਘਾਈ ਮਾਪੀ ਨਹੀਂ ਜਾ ਸਕਦੀ। ਅਤੇ ਗੰਭੀਰ ਕਿ ਬੜਾ ਗੰਭੀਰ ਹੈ, ਭਾਵ ਕਿ ਬਹੁਤ ਵੱਡੇ ਜਿਗਰੇ ਵਾਲਾ ਹੈ ਉਹ ਮਾਲਕ ਪਰਮੇਸ਼ਰ। ਕਿ ਉਹ ਭੇਟਿਆ, ਭੇਟਿਆ ਤੋਂ ਭਾਵ ਮਿਲ ਪੈਣਾ, ਕਿ ਉਹ ਮਿਲ ਪੈਂਦਾ ਹੈ। ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ, ਧੀਰ ਤੋਂ ਭਾਵ ਧੀਰਜ, ਟਿਕਾਓ, ਟਿਕਾ ਬਣ ਜਾਣਾ। ਪਾਤਸ਼ਾਹ ਜੀ ਆਖਣ ਲੱਗੇ ਸੱਚੀ ਸੰਗਤ ਬੈਸਣਾ, ਸੱਚੇ ਪ੍ਰਭੂ ਦੀ ਸੰਗਤ ਵਿੱਚ ਟਿਕੇ ਰਹਾਂ ਬੈਠਣ ਦੇ ਨਾਲ ਸੱਚ ਨਾਮ ਮਨ ਧੀਰ, ਮਨ ਸੱਚੇ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਟਿਕਾਓ ਹਾਸਲ ਕਰ ਲੈਂਦਾ, ਟਿਕ ਜਾਂਦਾ ਹੈ। ਜਦੋਂ ਉਸ ਮਾਲਕ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਨਾ, ਉਹਦੇ ਅਨੁਸਾਰ ਹੀ ਹੈ ਜਿਹੜਾ ਕਾਰਜ ਕਰਦਾ ਰਹਿੰਦਾ ਹੈ, ਤੇ ਫਿਰ ਕੀ ਹੈ, ਫਿਰ ਟਿਕਾਓ ਬਣ ਜਾਂਦਾ ਹੈ। ਜਿਵੇਂ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਨਾ, ਅਸੀਂ ਕੋਈ ਵੀ ਕੰਮ ਸ਼ੁਰੂ ਕਰੀਏ, ਉਹ ਸ਼ੁਰੂ ਦੇ ਵਿੱਚ ਸਾਨੂੰ ਲੱਗਦਾ 1-2 ਦਿਨ ਲਈ ਕਿ ਬੜਾ ਔਖਾ ਹੈ, ਪਰ ਮਗਰੋਂ ਉਹਦੀ ਪ੍ਰੈਕਟਿਸ ਹੋ ਜਾਂਦੀ ਹੈ। ਫਿਰ ਅਸੀਂ ਉਹਦੀ ਪ੍ਰੈਕਟਿਸ ਜੇ ਹਰ ਦਿਨ ਕਰੀਏ ਤਾਂ ਅਸੀਂ ਕਈ ਵਾਰ ਬਿਨਾਂ ਵੇਖਿਆਂ ਵੀ ਉਹ ਹੱਥਾਂ ਦੇ ਨਾਲ ਕਾਰਜ ਕਰਦੇ ਰਹੇ ਨੇ। ਕਹਿਣ ਤੋਂ ਭਾਵ ਕਿ ਇੰਨਾ ਕੁ ਟਿਕਾਓ ਬਣ ਜਾਂਦਾ ਹੈ ਕਿ ਹੁਣ ਵੇਖਣ ਦੀ ਵੀ ਲੋੜ ਨਹੀਂ ਹੈ, ਉਹ ਉਸੇ ਤਰ੍ਹਾਂ ਹੁੰਦਾ ਰਹਿੰਦਾ ਹੈ। ਕਿ ਭਾਵੇਂ ਘਰ ਦੇ ਵਿੱਚ ਫੁਲਕੇ ਬੀਬੀਆਂ ਵੱਲੋਂ ਬਣਾਉਣੇ ਕਿਉਂ ਨਾ ਹੋਣ, ਕਿ ਸ਼ੁਰੂ ਦੇ ਵਿੱਚ ਲੱਗਦਾ ਸੀ ਕਿ ਰੋਟੀ ਵਿੰਗੀ ਟੇਢੀ ਬਣ ਜਾਂਦੀ ਜਦੋਂ ਨਵੇਂ ਸਿੱਖੀ ਸੀ, ਪਰ ਜਦੋਂ ਹਰ ਰੋਜ਼ ਸਵੇਰੇ ਸ਼ਾਮ ਜਾਂ ਕਈ ਥਾਵਾਂ 'ਤੇ ਦੁਪਹਿਰੇ ਵੀ ਫੁੱਲ ਪ੍ਰਸ਼ਾਦਾ ਬਣਦਾ ਹੈ ਘਰ ਦੇ ਵਿੱਚ, ਕੀ ਹੈ ਕਿ ਪ੍ਰੈਕਟਿਸ ਇੰਨੀ ਹੋ ਜਾਂਦੀ ਹੈ ਕਿ ਫਿਰ ਭਾਵੇਂ ਨਾ ਵੀ ਦੇਖਿਆ ਜਾਵੇ ਥੱਲੇ ਜਗਲੇ ਵੇਲੇ ਵੱਲ, ਆਪਣੇ ਆਪ ਜਿਹੜੇ ਹੱਥ ਨੇ ਉਹ ਉਸ ਨੂੰ ਬਣਾ ਦਿੰਦੇ ਨੇ। ਇਸੇ ਤਰ੍ਹਾਂ ਜਿਹਦਾ ਮਨ ਫਿਰ ਮਾਲਕ ਦੀ ਸੰਗਤ ਦੇ ਵਿੱਚ ਟਿਕ ਜਾਂਦਾ, ਨਾਮ ਦੇ ਵਿੱਚ ਟਿਕ ਜਾਂਦਾ ਹੈ, ਉਹ ਫਿਰ ਸਦਾ ਦੇ ਲਈ ਟਿਕਾਊ ਬਣ ਜਾਂਦਾ ਹੈ। ਉਹ ਫਿਰ ਡੋਲਦਾ ਨਹੀਂ ਹੈ, ਉਹ ਫਿਰ ਕਿਸੇ ਪਾਸੇ ਨਹੀਂ ਜਾਂਦਾ, ਉਹਦੇ ਵਿੱਚ ਟਿਕ ਜਾਂਦਾ ਹੈ, ਧੀਰਜ ਧਰ ਲੈਂਦਾ ਹੈ। ਮਨ ਰੇ ਸਤਿਗੁਰ ਸੇਵ ਨਿਸੰਗ, ਆਮ ਸ਼ਬਦ ਵਰਤਿਆ ਜਾਂਦਾ ਹੈ ਕਿ ਸੰਗ ਆਉਂਦੀ ਹੈ, ਪਰ ਇੱਥੇ ਸਤਿਗੁਰੂ ਜੀ ਆਖਣਗੇ ਨਿਸੰਗ, ਕਿ ਆਪਣਾ ਝਾਕਾ ਲਾ ਕੇ, ਕਿ ਬਿਲਕੁਲ ਨਿਸੰਗ ਹੋ ਕੇ, ਕਿ ਸੰਗ ਨਾ ਕਰ ਉੱਥੋਂ। ਕਿ ਪਾਤਸ਼ਾਹ ਜੀ ਮਨ ਰੇ, ਕਿ ਹੇ ਮੇਰੇ ਮਨ ਝਾਕਾ ਲਾ ਕੇ, ਆਪਣੀ ਸੰਗ ਲਾ ਕੇ ਗੁਰੂ ਦੇ ਸ਼ਰਨ ਪੈ, ਸਤਿਗੁਰੂ ਨੂੰ ਸੇਵ, ਉਹਦੇ ਸ਼ਬਦ ਵਿੱਚ ਝਾਕਾ ਲਾ ਕੇ ਜੁੜ ਜਾ। ਇਹ ਨਾ ਦੇਖ ਕਿ ਦੁਨੀਆ ਕੀ ਕਹਿੰਦੀ ਹੈ, ਇਹੋ ਹੀ ਹੈ ਨਾ ਝਾਕਾ ਜਾਂ ਸ਼ਰਮ, ਇਹੀ ਹੁੰਦੀ ਹੈ ਕਿ ਦੁਨੀਆ ਕੀ ਕਹੇਗੀ। ਸੰਗ ਦੁਨੀਆ ਵੱਲੋਂ ਲੱਗਦੀ ਹੈ ਕਿ ਜੇ ਗੁਰੂ ਦੇ ਸ਼ਬਦ 'ਤੇ ਪਹਿਰਾ ਦਿੱਤਾ ਤੇ ਦੁਨੀਆ ਕਿਤੇ ਆਖੇ ਨਾ ਕਿ ਇੰਝ ਹੈ, ਇਹੀ ਹੈ ਨਾ, ਇਹੀ ਸੰਗ ਹੈ। ਪਾਤਸ਼ਾਹ ਜੀ ਆਖਣ ਲੱਗੇ ਬਿਲਕੁਲ ਨਿਸੰਗ ਹੋ ਜਾ, ਸੰਗ ਲਾ ਕੇ, ਆਪਣਾ ਝਾਕਾ ਲਾ ਕੇ ਜਿਹੜਾ ਹੈ ਉਹ ਸਤਿਗੁਰੂ ਦੀ ਸ਼ਰਨ ਪੈ, ਭਾਵ ਸਤਿਗੁਰੂ ਨੂੰ ਸੇਵ। ਸਤਿਗੁਰ ਸੇਵਿਐ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ। ਰਹਾਉ, ਪਾਤਸ਼ਾਹ ਜੀ ਇਸ ਰਹਾਉ ਦੇ ਬੰਦ ਅੰਦਰ ਫਿਰ ਆਖਰੇ ਨੇ ਸਤਿਗੁਰ ਸੇਵਿਐ, ਕਿ ਗੁਰੂ ਦੀ ਸ਼ਰਨ ਪਿਆ ਹਰ ਮਨ ਵਸੈ, ਕਿ ਉਹ ਪ੍ਰਮਾਤਮਾ ਮਨ ਵਿੱਚ ਵਸਦਾ ਹੈ। ਕਿ ਜਿਹੜਾ ਸ਼ਰਧਾ ਧਾਰ ਕੇ
ਯਕੀਨ ਦੇ ਨਾਲ, ਭਰੋਸੇ ਨਾਲ, ਵਿਸ਼ਵਾਸ ਨਾਲ ਗੁਰੂ ਦੇ ਦਰ ਤੇ ਆਉਂਦਾ ਹੈ, ਫਿਰ ਮਾਲਕ ਉਹਦੇ ਮਨ ਵਿੱਚ ਵਸਦਾ ਹੈ। ਲੱਗੈ ਨਾ ਮੈਲ ਪਤੰਗ, ਪਤੰਗ ਤੋਂ ਭਾਵ ਅਸੀਂ ਕਹਿੰਦੇ ਕਿ ਪਤੰਗਾ ਜਿਹਾ, ਭਾਵ ਬਹੁਤ ਥੋੜਾ, ਬਹੁਤ ਛੋਟਾ ਜਿਹਾ। ਸਤਿਗੁਰੂ ਜੀ ਆਖਣ ਲੱਗੇ ਕਿ ਫਿਰ ਲੱਗੈ ਨਾ ਮੈਲ ਪਤੰਗ, ਰੱਤਾ ਭਰ ਵੀ ਵਿਕਾਰਾਂ ਦੀ ਮੈਲ ਫਿਰ ਮਨ ਨੂੰ ਨਹੀਂ ਲੱਗਦੀ। ਜਿਹੜਾ ਸ਼ਰਧਾ ਧਾਰ ਕੇ ਗੁਰੂ ਤੇ ਯਕੀਨ ਬਣਾ ਲੈਂਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣਾ ਜੀਵਨ ਬਣਾ ਲੈਂਦਾ ਹੈ, ਉਸ ਦੇ ਮਨ ਨੂੰ ਫਿਰ ਰੱਤਾ ਭਰ ਵੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਹੈ। ਭਾਵ ਵਿਕਾਰ ਫਿਰ ਉਹਦੇ ਜੀਵਨ ਤੋਂ ਦੂਰ ਹੋ ਜਾਂਦੇ ਹਨ। ਸੱਚੇ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਉ। ਪਾਤਸ਼ਾਹ ਜੀ ਆਖਣਗੇ ਸੱਚੇ ਸ਼ਬਦ ਪਤ ਉਪਜੈ। ਪਤ ਤੋਂ ਭਾਵ ਇੱਜ਼ਤ, ਮਾਨ, ਸਤਿਕਾਰ। ਕਿ ਸੱਚੇ ਸ਼ਬਦ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਵਿੱਚ ਜੁੜਿਆ, ਫਿਰ ਕੀ ਹੈ, ਹਰ ਥਾਂ ਉੱਤੇ ਕੀ ਹੈ, ਇੱਜ਼ਤ ਮਿਲਦੀ ਹੈ, ਸਤਿਕਾਰ ਮਿਲਦਾ ਹੈ। ਅਤੇ ਸੱਚੇ ਸੱਚਾ ਨਾਉ, ਸਦਾ ਥਿਰ ਰਹਿਣ ਵਾਲੇ ਪ੍ਰਭੂ ਦਾ ਸੱਚਾ ਨਾਮ ਮਿਲ ਜਾਂਦਾ ਹੈ, ਹਿਰਦੇ ਦੇ ਵਿੱਚ ਟਿਕ ਜਾਂਦਾ ਹੈ। ਜਿਨੀ ਹਉਮੈ ਮਾਰ ਪਛਾਣਿਆ, ਹਉ ਤਿਨ ਬਲਿਹਾਰੈ ਜਾਉ। ਪਾਤਸ਼ਾਹ ਜੀ ਆਖਣ ਲੱਗੇ ਜਿਨੀ ਹਉਮੈ ਮਾਰ ਪਛਾਣਿਆ, ਕਿ ਜਿਹੜੇ ਮਨੁੱਖਾਂ ਨੇ, ਜਿਹੜੇ ਜੀਵਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ, ਹਉਮੈ ਨੂੰ ਦੂਰ ਕਰਕੇ ਪਰਮਾਤਮਾ ਨੂੰ ਪਛਾਣ ਲਿਆ ਹੈ, ਸਾਂਝ ਪਾ ਲਈ ਹੈ। ਹਉ ਤਿੰਨ ਬਲਿਹਾਰੈ ਜਾਉ, ਹਉ ਭਾਵ ਮੈਂ, ਤਿੰਨ ਭਾਵ ਉਹਨਾਂ ਦੇ ਬਲਿਹਾਰੈ ਜਾਉ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ। ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਭਾਵ, ਹੰਕਾਰ, ਹਉਮੈ ਦੂਰ ਕਰਕੇ ਮਾਲਕ ਦੇ ਨਾਲ ਸਾਂਝ ਪਾ ਲਈ ਹੈ, ਪਛਾਣ ਪਾ ਲਈ ਹੈ। ਮਨ ਮੁਖ ਸੱਚ ਨਾ ਜਾਣਨੀ, ਤਿਨ ਠੌਰ ਨ ਕਤਹੂ ਠਾਓ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਮਨਮੁਖ ਸੱਚ ਨਾ ਜਾਣਨੀ। ਕੀ ਅਰਥ ਹੋਵੇਗਾ ਜੀ? ਜਿਹੜੇ ਮਨਮੁਖ ਨੇ ਉਹ ਮਾਲਕ ਦੇ ਸੱਚੇ ਨਾਮ ਵਿੱਚ ਨਹੀਂ ਜੁੜਦੇ, ਉਹ ਨਹੀਂ ਪਛਾਣਦੇ ਕਿ ਉਹ ਸੱਚਾ ਨਾਮ ਕੀ ਹੈ, ਕਿਤਨੀ ਕੁ ਉਹ ਅਮੋਲਕ ਵਸਤੂ ਹੈ, ਕੀ ਉਹਦਾ ਸਵਾਦ ਹੈ, ਇਹ ਬਿਲਕੁਲ ਉਹ ਜਾਣਦੇ ਨਹੀਂ। ਭਾਵ ਉਹਦੇ ਨਾਲ ਜਾਣ ਪਛਾਣ ਨਹੀਂ ਪਾ ਸਕਦੇ ਮਾਲਕ ਦੇ ਨਾਲ। ਕਿ ਮਨਮੁਖ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਸੱਚੇ ਪ੍ਰਭੂ ਨਾਲ ਜਾਣ ਪਛਾਣ ਨਹੀਂ ਪਾ ਸਕਦੇ, ਨਹੀਂ ਉਹਦੇ ਦਰ ਤੇ ਜਾਂਦੇ, ਨਹੀਂ ਉਹਦੇ ਦਿੱਤੇ ਹੋਏ ਸ਼ਬਦ, ਦਿੱਤੇ ਹੋਏ ਹੁਕਮ ਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦੇ। ਤਿੰਨ ਠੌਰ ਨ ਕਤਹੂ ਥਾਉ। ਪਾਤਸ਼ਾਹ ਜੀ ਆਖਣ ਲੱਗੇ ਇਸ ਵਾਸਤੇ, ਆਤਮਿਕ ਸ਼ਾਂਤੀ ਵਾਸਤੇ ਉਹਨਾਂ ਨੂੰ ਹੋਰ ਕੋਈ ਥਾਂ ਜਿਹੜੀ ਹੈ ਨਹੀਂ ਮਿਲਦੀ ਹੈ। ਕੋਈ ਹੋਰ ਜਿਹੜਾ ਥਾਂ ਹੈ, ਕਿਤੋਂ ਹੋਰ ਜਗ੍ਹਾ ਤੋਂ ਉਹਨਾਂ ਨੂੰ ਆਤਮਿਕ ਆਨੰਦ ਸੁੱਖ ਮਿਲ ਜਾਏ। ਪਾਤਸ਼ਾਹ ਜੀ ਆਖਣ ਲੱਗੇ ਠੌਰ ਨ ਕਤਹੂ ਠਾਉ, ਹੋਰ ਕੋਈ ਟਿਕਾਣਾ ਨਹੀਂ ਹੈ, ਕੋਈ ਥਾਂ। ਠੌਰ ਤੋਂ ਭਾਵ ਥਾਂ, ਕਿ ਕੋਈ ਥਾਂ ਨਹੀਂ ਹੈ ਜਿੱਥੋਂ ਉਹ ਇਹ ਪ੍ਰਾਪਤ ਕਰ ਸਕਣ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਪਾਤਸ਼ਾਹ ਜੀ ਆਖਣ ਲੱਗੇ ਕਿ ਸੱਚੇ ਪ੍ਰਭੂ ਦਾ ਨਾਮ ਜਿਨ੍ਹਾਂ ਦੀ ਆਤਮਿਕ ਖੁਰਾਕ ਬਣ ਗਿਆ ਹੈ, ਸੱਚ ਖਾਣਾ, ਕਿ ਉਸ ਮਾਲਕ ਦਾ ਨਾਮ ਸੱਚਾ ਹੈ, ਉਹ ਜਿਨ੍ਹਾਂ ਦੀ ਆਤਮਿਕ ਖੁਰਾਕ ਬਣ ਗਿਆ ਹੈ। ਸੱਚ ਪਹਿਨਣਾ ਅਤੇ ਪ੍ਰਭੂ ਦਾ ਨਾਮ ਹੀ ਜਿਨ੍ਹਾਂ ਦੀ ਪੁਸ਼ਾਕ ਬਣ ਗਿਆ, ਕਿ ਜੇ ਉਸ ਦੇ ਅਨੁਸਾਰੀ ਹੀ ਉਹ ਆਪਣਾ ਜੀਵਨ ਬਤੀਤ ਕਰਦੇ ਨੇ। ਕਹਿਣ ਤੋਂ ਭਾਵ ਹੈ ਪੁਸ਼ਾਕ,
ਕਿ ਆਪਣੇ ਬਾਹਰੀ ਕਾਰ ਵਿਹਾਰ ਵੀ ਉਸ ਮਾਲਕ ਦੇ ਹੁਕਮ ਅਨੁਸਾਰ ਹੀ ਕਰਦੇ ਹਨ। ਆਦਰ ਸਤਿਕਾਰ ਹਾਸਲ ਕਰਨ ਦਾ ਵਸੀਲਾ ਹੈ। ਪਾਤਸ਼ਾਹ ਜੀ ਆਖਣ ਸੱਚੇ ਹੀ ਵਿੱਚ ਵਾਸ, ਜਿਨ੍ਹਾਂ ਦੀ ਸੁਰਤ ਸੱਚੇ ਪ੍ਰਭੂ ਵਿੱਚ ਹੀ ਫਿਰ ਜੁੜੀ ਰਹਿੰਦੀ ਹੈ, ਕਿ ਉਹਦੇ ਵਿੱਚ ਹੀ ਵਾਸ ਕਰਦੇ ਨੇ। ਉਹ ਹਮੇਸ਼ਾ ਹੀ ਉਹਦਾ ਹੀ ਸ਼ੁਕਰਾਨਾ, ਉਹਦੇ ਅੱਗੇ ਹੀ ਅਰਦਾਸ ਜਿਹੜੀ ਹੈ ਹਮੇਸ਼ਾ ਕਰਦੇ ਹਨ। ਉਹਨਾਂ ਨੂੰ ਹੋਰ ਕੋਈ ਜਿਹੜਾ ਹੈ ਮਾਲਕ ਤੋਂ ਬਿਨਾਂ ਸੁਝਦਾ ਹੀ ਨਹੀਂ ਹੈ। ਸਦਾ ਸੱਚਾ ਸਾਲਾਹਣਾ, ਸੱਚੇ ਸ਼ਬਦ ਨਿਵਾਸ। ਜਿਹੜੇ ਐਸੇ ਫਿਰ ਮਨੁੱਖ ਹੁੰਦੇ ਨੇ ਜਿਨ੍ਹਾਂ ਦੀ ਪੁਸ਼ਾਕ ਵੀ ਤੇ ਖੁਰਾਕ ਵੀ ਉਹ ਮਾਲਕ ਦਾ ਸੱਚਾ ਨਾਮ ਬਣ ਜਾਂਦਾ ਹੈ। ਪਾਤਸ਼ਾਹ ਜੀ ਆਖਣ ਲੱਗੇ ਸਦਾ ਸੱਚਾ ਸਾਲਾਹਣਾ, ਸੱਸੇ ਨੂੰ ਕੰਨਾ ਵੀ ਹੈ, ਇਸ ਕਰਕੇ ਸਾਲਾਹਣਾ ਇਹ ਵੀ ਆਪਾਂ ਕੰਨਾ ਉਚਾਰਨ ਕਰਨਾ ਹੈ ਕਿ ਜੋ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਸ਼ਬਦ ਵਿੱਚ ਜਿਨ੍ਹਾਂ ਦਾ ਮਨ ਫਿਰ ਟਿਕਿਆ ਰਹਿੰਦਾ ਹੈ। ਸੱਚਾ ਸ਼ਬਦ ਨਿਵਾਸ, ਕੀ ਸ਼ਬਦ ਦੇ ਵਿੱਚ ਹੀ, ਮਾਲਕ ਦੇ ਹੁਕਮ ਦੇ ਵਿੱਚ ਹੀ ਜਿਨ੍ਹਾਂ ਦਾ ਮਨ ਟਿਕਿਆ ਰਹਿੰਦਾ ਹੈ। ਸਭ ਆਤਮ ਰਾਮ ਪਛਾਣਿਆ, ਗੁਰਮਤਿ ਨਿਜ ਘਰ ਵਾਸ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਸਭ ਆਤਮ ਰਾਮ ਪਛਾਣਿਆ, ਕਿ ਉਹਨਾਂ ਨੇ ਹਰ ਥਾਂ ਸਰਬ ਵਿਆਪਕ ਪਰਮਾਤਮਾ ਨੂੰ ਵਸਦਾ ਫਿਰ ਪਛਾਣ ਲਿਆ ਹੈ। ਜਿਹੜੇ ਕੀ ਨੇ ਸਦਾ ਸੱਚਾ ਸਲਾਹਣਾ, ਸੱਚੇ ਸ਼ਬਦ ਨਿਵਾਸ, ਜਿਨ੍ਹਾਂ ਦੀ ਪੁਸ਼ਾਕ ਤੇ ਖੁਰਾਕ ਸੱਚਾ ਨਾਮ ਹੀ ਬਣ ਗਿਆ ਹੈ। ਉਹਨਾਂ ਨੂੰ ਕੀ ਹੁੰਦਾ ਹੈ ਕਿ ਉਹ ਫਿਰ ਹਰ ਥਾਂ ਉੱਤੇ ਉਸ ਮਾਲਕ ਨੂੰ ਜਿਹੜਾ ਹੈ ਵਸਦਾ ਉਹਨਾਂ ਨੇ ਪਛਾਣ ਲਿਆ ਹੈ। ਗੁਰਮਤੀ ਨਿਜ ਕਰਵਾਸ, ਗੁਰੂ ਦੀ ਮੱਤ ਤੇ ਤੁਰ ਕੇ ਉਹਨਾਂ ਦੀ ਸੁਰਤ ਹੈ ਜਿਹੜੀ ਉਹ ਅੰਤਰ ਆਤਮੇ ਫਿਰ ਟਿਕੀ ਰਹਿੰਦੀ ਹੈ। ਉਹ ਬਾਹਰ ਨਹੀਂ ਭਟਕਦੇ। ਉਹ ਫਿਰ ਦੁਨਿਆਵੀ ਖੁਸ਼ਾਮਦ ਤੇ ਦੁਨਿਆਵੀ ਵਡਿਆਈ ਨੂੰ ਨਹੀਂ ਲੋਚਦੇ। ਉਹ ਹਮੇਸ਼ਾ ਹੀ ਸੱਚ ਦੇ ਨਾਲ ਹੀ ਤੁਰਦੇ ਹਨ। ਸੱਚਾ ਹੀ ਜੀਵਨ ਆਪਣੇ ਅੰਤਰ ਆਤਮੇ ਉਸ ਮਾਲਕ ਨੂੰ ਪਛਾਣ ਕਰਕੇ ਸੁਰਤ ਨੂੰ ਟਿਕਾ ਕੇ ਰੱਖਦੇ ਹਨ। ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ। ਪਾਤਸ਼ਾਹ ਜੀ ਆਖਣ ਲੱਗੇ ਜਿਹੜਾ ਮਨੁੱਖ ਸੱਚ ਵੇਖਣ, ਸੱਚੇ ਮਾਲਕ ਨੂੰ ਹੀ ਹਰ ਥਾਂ ਵੇਖਦਾ ਹੈ ਅਤੇ ਸੱਚ ਬੋਲਣਾ ਅਤੇ ਸੱਚੇ ਪ੍ਰਭੂ ਨੂੰ, ਜਿਸ ਨੂੰ ਹਰ ਥਾਂ ਫਿਰ ਬੋਲਦਾ ਦਿਸਦਾ ਹੈ, ਕਿ ਸਾਰਿਆਂ ਦੇ ਅੰਦਰ ਉਸ ਨੂੰ ਮਾਲਕ ਦੀ ਜੋਤ ਹੀ ਨਜ਼ਰ ਆਉਂਦੀ ਹੈ। ਉਹ ਹੀ ਬੋਲਦਾ ਦਿਸਦਾ ਹੈ ਕਿ ਉਹ ਆਪ ਹੀ ਬੋਲ ਰਿਹਾ ਸਭ ਜੀਵਾਂ ਦੇ ਅੰਦਰ, ਜਿਹੜਾ ਇੱਕਮਿਕ ਹੋ ਗਿਆ ਹੈ, ਜਿਹਨੇ ਸੱਚ ਨੂੰ ਆਪਣਾ ਜੀਵਨ ਬਣਾ ਲਿਆ ਹੈ ਅਤੇ ਤਨ ਮਨ ਸੱਚਾ ਹੋਏ। ਇਸ ਕਰਕੇ ਫਿਰ ਉਸ ਦਾ ਸਰੀਰ ਮਾਇਆ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ ਤੇ ਉਸ ਦਾ ਮਨ ਵਿਕਾਰਾਂ ਦੇ ਹੱਲਿਆਂ ਵੱਲੋਂ ਅਡੋਲ ਹੋ ਜਾਂਦਾ ਹੈ, ਕਿ ਫਿਰ ਉਹ ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ, ਭਾਵ ਮਨ ਦੇ ਤੌਰ ਤੇ ਵੀ ਵਿਕਾਰਾਂ ਦੇ ਵੱਲੋਂ ਫਿਰ ਉਹ ਅਡੋਲ ਰਹਿੰਦਾ ਹੈ, ਕਦੇ ਵੀ ਉਹ ਡੋਲਦਾ ਨਹੀਂ ਹੈ। ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ। ਸਾਖੀ ਤੋਂ ਭਾਵ ਸਿੱਖਿਆ। ਪਾਤਸ਼ਾਹ ਜੀ ਆਖਣ ਲੱਗੇ ਸੱਚੀ ਸਾਖੀ ਉਪਦੇਸ਼ ਸੱਚ, ਕਿ ਸੱਚੇ ਪ੍ਰਭੂ ਦਾ ਸਿਮਰਨ ਹੀ ਉਹ ਸਿੱਖਿਆ ਤੇ ਉਪਦੇਸ਼ ਗ੍ਰਹਿਣ ਕਰਦਾ ਹੈ, ਕਿ ਉਹ ਹਮੇਸ਼ਾ ਮਾਲਕ ਦੇ ਹੁਕਮ ਰਜ਼ਾ ਦੇ ਅਨੁਸਾਰ ਹੀ ਸਭ ਕੁਝ ਹੈ ਜਿਹੜਾ ਉਹ ਪ੍ਰਾਪਤ ਕਰਦਾ ਰਹਿੰਦਾ ਹੈ। ਸਿਮਰਨ ਤੋਂ ਭਾਵ ਕਿ ਉਹਦੀ ਯਾਦ, ਉਹਦੇ ਹੁਕਮ ਨੂੰ ਸਦਾ ਹੀ ਆਪਣੇ ਜੀਵਨ ਦੇ ਵਿੱਚ ਪੱਕੇ ਤੌਰ ਤੇ ਲਾਗੂ ਕਰ ਲੈਂਦਾ ਹੈ।
कि जो ਕਰਨ ਕਰਾਉਣ ਵਾਲਾ ਹੈ ਉਹ ਮਾਲਕ ਹੈ, ਉਹਨੂੰ ਰਜ਼ਾ ਸਮਝ ਆ ਜਾਂਦੀ ਹੈ। ਇਸ ਕਰਕੇ ਉਹ ਸਿੱਖਿਆ ਤੇ ਉਪਦੇਸ਼ ਫਿਰ ਗ੍ਰਹਿਣ ਕਰਦਾ ਰਹਿੰਦਾ ਹੈ। ਹਮੇਸ਼ਾ ਹੀ ਗੁਰੂ ਦੇ ਪਾਸੋਂ ਉਸ ਮਾਲਕ ਦੇ ਸਿਮਰਨ ਦੀ ਰਾਹੀਂ ਫਿਰ ਸਾਖੀ ਸਿੱਖਿਆ ਤੇ ਉਪਦੇਸ਼ ਗ੍ਰਹਿਣ ਕਰਦਾ ਹੈ। ਸੱਚੇ ਸੱਚੀ ਸੋਏ, ਸੱਚਾ ਪ੍ਰਭੂ ਦਾ ਜਿਹੜਾ ਸੱਚੇ ਪ੍ਰਭੂ ਦਾ ਰੂਪ ਹੋ ਚੁੱਕੇ ਉਸ ਵਡਭਾਗੀ ਮਨੁੱਖ ਨੂੰ ਸ਼ੋਭਾ ਅਟਲ ਫਿਰ ਉਹ ਹੋ ਜਾਂਦੀ, ਕਿ ਉਹਦੀ ਸ਼ੋਭਾ ਹੈ ਉਹ ਸਦਾ ਦੇ ਲਈ ਅਟਲ ਹੋ ਜਾਂਦੀ ਹੈ। ਜਿਹੜਾ ਉਸ ਮਾਲਕ ਦਾ ਰੂਪ ਬਣ ਜਾਂਦਾ ਹੈ, ਕਿ ਉਹਦਾ ਹੁਕਮ ਹੀ ਉਹਦਾ ਜੀਵਨ ਬਣ ਜਾਂਦਾ ਹੈ। ਐਸੇ ਮਨੁੱਖਾਂ ਦੀ ਗੱਲ ਪਾਤਸ਼ਾਹ ਜੀ ਕਰਦੇ ਹਨ। ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚਲੇ ਰੋਏ। ਵਿਸਾਰਿਆ, ਵਾਵੇ ਨੂੰ ਸਿਹਾਰੀ ਉਚਾਰਨ ਆਪਾਂ ਕਰਨੀ ਹੈ, ਇਹਨੂੰ ਵਸਾਰਿਆ ਨਹੀਂ ਪੜ੍ਹਨਾ। ਜੇ ਵਸਾਰਿਆ ਪੜਾਂਗੇ ਫਿਰ ਸਿਹਾਰੀ ਹੈ ਉਹ ਮਾਤਰਾ ਨਹੀਂ, ਵਿਸਾਰਿਆ ਸਿਹਾਰੀ। ਪਾਤਸ਼ਾਹ ਜੀ ਆਖਣ ਲੱਗੇ ਕਿ ਜਿਨੀ ਸੱਚ ਵਿਸਾਰਿਆ, ਵਿਸਾਰਿਆ ਤੋਂ ਭਾਵ ਭੁਲਾ ਦਿੱਤਾ ਜਿਨ੍ਹਾਂ ਨੇ, ਕਿ ਪਰ ਜਿਨ੍ਹਾਂ ਮਨੁੱਖਾਂ ਨੇ ਸੱਚੇ ਪ੍ਰਭੂ ਨੂੰ ਇੱਥੇ ਭੁਲਾਈ ਰੱਖਿਆ, ਕਿ ਭੁੱਲ ਕੇ ਬੈਠੇ ਰਹੇ ਨੇ, ਉਹਦੇ ਹੁਕਮ ਨੂੰ ਉਹਦੀ ਰਜ਼ਾ ਨੂੰ ਜੀਵਨ ਦੇ ਵਿੱਚ ਕਮਾਇਆ ਹੀ ਨਹੀਂ ਹੈ, ਉਹ ਸੇ ਦੁਖੀਏ ਚੱਲੇ ਰੋਏ, ਉਹ ਇੱਥੇ ਵੀ ਦੁਖੀ ਰਹੇ ਤੇ ਇੱਥੋਂ ਤੁਰੇ ਵੀ ਦੁਖੀ ਹੋ ਕੇ, ਕਿ ਵਿਕਾਰਾਂ ਦੇ ਵਿੱਚ ਉਹ ਫਿਰ ਹਮੇਸ਼ਾ ਦੁੱਖ ਹੀ ਭੋਗਦੇ ਰਹੇ। ਉਹ ਦੁਨਿਆਵੀ ਸ਼ੋਭਾ ਦੀ ਖਾਤਰ, ਦੁਨਿਆਵੀ ਮਾਇਆ ਪਦਾਰਥਾਂ ਦੀ ਖਾਤਰ ਇੱਥੇ ਵੀ ਦੁਖੀ ਹੁੰਦੇ ਰਹੇ, ਤੇ ਜਦੋਂ ਇੱਥੋਂ ਇਹ ਸਾਰਾ ਕੁਝ ਛੱਡ ਕੇ ਤੁਰੇ ਉਦੋਂ ਵੀ ਦੁਖੀ ਹੋ ਕੇ ਤੁਰੇ, ਭਾਵ ਦੁੱਖ ਦੇ ਵਿੱਚ ਹੀ ਸਾਰਾ ਜੀਵਨ ਉਹਨਾਂ ਬਤੀਤ ਕੀਤਾ। ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ। ਸਤਿਗੁਰ ਜਿਨੀ ਨਾ ਸੇਵਿਓ, ਜਿਨੀ ਬਹੁਵਚਨ, ਕਿ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦਾ ਪੱਲਾ ਹੀ ਨਹੀਂ ਫੜਿਆ, ਸੇਵਾ ਹੀ ਨਹੀਂ ਕੀਤੀ, ਸਤਿਗੁਰੂ ਗੁਰੂ ਦੇ ਹੁਕਮ ਅਨੁਸਾਰ ਹੀ ਆਪਣਾ ਜੀਵਨ ਬਤੀਤ ਹੀ ਨਹੀਂ ਕੀਤਾ, ਸੇ ਕਿਤ ਆਏ ਸੰਸਾਰ, ਉਹ ਫਿਰ ਕਾਹਦੇ ਲਈ ਸੰਸਾਰ ਤੇ ਆਏ ਹੈ, ਭਾਵ ਉਹਨਾਂ ਦਾ ਸੰਸਾਰ ਤੇ ਆਉਣਾ ਫਿਰ ਕਾਹਦੇ ਲਈ ਹੈ, ਉਹ ਤੇ ਵਿਅਰਥ ਹੈ, ਬੇਅਰਥ ਹੈ। ਕੋਈ ਅਰਥ ਨਹੀਂ ਉਸ ਮਨੁੱਖ ਦੇ ਜੀਵਨ ਦਾ ਜਿਹੜਾ ਸੱਚੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦਾ। ਤ੍ਰਿਕਾਰ ਹੈ ਉਹ ਜੀਵਨ, ਵਿਅਰਥ ਹੈ ਉਹ ਜੀਵਨ। ਦੁਨੀਆ ਵਿਕਾਰ ਕਮਾ ਰਹੀ ਹੈ, ਕਮਾਉਂਦੀ ਜਾ ਰਹੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕਮਾਉਂਦੀ ਰਹੇਗੀ, ਪਰ ਪ੍ਰਵਾਨਗੀ ਉਸੇ ਦੀ ਹੋਏਗੀ ਜਿਹੜਾ ਸੱਚੇ ਸ਼ਬਦ ਦੇ ਨਾਲ ਜੁੜੇਗਾ, ਗੁਰੂ ਦੇ ਸ਼ਬਦ ਤੇ ਯਕੀਨ ਭਰੋਸਾ ਰੱਖ ਕੇ ਆਪਣੇ ਜੀਵਨ ਨੂੰ ਬਤੀਤ ਕਰੇਗਾ। ਮੱਥਾ ਟੇਕਣ ਨੂੰ ਤਾਂ ਸਾਰੀ ਦੁਨੀਆ, ਸਾਰੇ ਸਿੱਖ ਹੀ ਟੇਕਦੇ ਪਏ ਆ, ਖਵਾਉਂਦੇ ਵੀ ਆਪਣੇ ਆਪ ਨੂੰ ਸਿੱਖ ਹੈ, ਪਰ ਜੇ ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਧਾਰਨ ਨਹੀਂ ਕੀਤਾ ਤੇ ਸਮਝ ਲੈਣਾ ਅਜੇ ਕਮੀ ਹੈ। ਮੱਥਾ ਟੇਕਣਾ ਤਾਂ ਭਾਵ ਇਹੋ ਹੀ ਹੁੰਦਾ ਹੈ ਕਿ ਜੋ ਪਾਤਸ਼ਾਹ ਜੀ ਤੁਹਾਡਾ ਹੁਕਮ ਹੈ ਅਸੀਂ ਉਹ ਮੰਨਾਂਗੇ। ਇਸ ਕਰਕੇ ਗੁਰੂ ਦੇ ਸ਼ਬਦ ਨੂੰ ਮੰਨਣਾ ਹੀ ਮੱਥਾ ਟੇਕਣਾ ਹੈ। ਹੁਣ ਇਹ ਵੀ ਨਹੀਂ ਕਿ ਜਿਹੜੇ ਨਹੀਂ ਮੰਨਦੇ ਮੱਥਾ ਟੇਕਣਾ ਛੱਡ ਦੇਣਾ, ਸਤਿਕਾਰ ਕਰਨਾ ਹੈ। ਮੰਨਣ ਵਾਸਤੇ ਅਸੀਂ ਮੱਥਾ ਟੇਕਦੇ ਹਾਂ, ਆਪਣਾ ਸੀਸ, ਆਪਣਾ ਮਨ, ਆਪਣੀ ਬੁੱਧੀ ਝੁਕਾਉਂਦੇ ਹਾਂ ਗੁਰੂ ਦੇ ਅੱਗੇ ਆ ਕੇ, ਕਿ ਗੁਰੂ ਪਾਤਸ਼ਾਹ ਜੀ ਮੇਰੇ ਕੋਲ ਕੋਈ ਮਤ ਬੁੱਧ ਨਹੀਂ ਹੈ, ਮੈਨੂੰ ਨਹੀਂ ਪਤਾ ਕੀ ਕਰਨਾ ਜੀਵਨ ਦੇ ਵਿੱਚ, ਤੁਸੀਂ ਮੈਨੂੰ ਮਤ ਦਿਓ। ਇਸੇ ਕਰਕੇ ਬਹੁਤੀ ਵਾਰ ਅਸੀਂ ਜਦੋਂ ਅਰਦਾਸ ਹੋਣੀ ਹੁੰਦੀ ਹੈ, ਬਹੁਤੀ ਵਾਰ ਅਸੀਂ ਉਦੋਂ ਪਹੁੰਚਦੇ ਹਾਂ। ਇਹਦਾ ਭਾਵ ਪਤਾ ਕੀ ਹੁੰਦਾ ਹੈ, ਕਿ ਜੋ ਗੁਰੂ ਸਾਹਿਬ ਹੁਕਮ ਕਰਨਗੇ ਜਾਂ ਹੁਕਮਨਾਮਾ ਸੁਣਾਉਣਗੇ ਉਹਨੂੰ ਅਸੀਂ ਸੁਣ ਕੇ ਜਾਣਾ ਹੈ। ਸੁਣਨ ਦਾ ਮਤਲਬ ਇਹੋ ਹੀ ਹੁੰਦਾ ਹੈ ਕਿ ਜੋ ਸਤਿਗੁਰੂ ਜੀ ਨੇ ਅੱਜ ਹੁਕਮਨਾਮੇ ਦੇ ਰੂਪ ਵਿੱਚ, ਮੁੱਖ ਵਾਕ ਦੇ ਰੂਪ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ, ਉਹ ਜੀਵਨ ਵਿੱਚ ਧਾਰਨ ਕਰਨੀ ਹੈ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸੁਣਿਆ, ਦੇਗ ਲੈ ਕੇ ਚਲੇ ਗਏ ਤੇ ਚਲੋ ਜੀ ਬਾਹਰ ਜਾ ਕੇ ਭੁੱਲ ਗਏ, ਐਸਾ ਬਿਲਕੁਲ ਨਹੀਂ ਹੈ। ਹੁਕਮਨਾਮਾ ਸੁਣਨ ਦਾ ਭਾਵ ਇਹੋ ਹੀ ਹੁੰਦਾ ਹੈ ਕਿ ਸੁਣ ਕੇ ਜੀਵਨ ਵਿੱਚ ਲਾਗੂ ਕਰਨਾ। ਪਾਤਸ਼ਾਹ ਜੀ ਰਹਿਮਤ ਕਰਨ ਕਿ
ਸਤਿਗੁਰੂ ਜੀ ਆਖਣ ਲੱਗੇ, ਜਿਨ੍ਹਾਂ ਨੇ ਉਸ ਮਾਲਕ ਨੂੰ ਨਹੀਂ ਸੇਵਿਆ, ਨਹੀਂ ਹੁਕਮ ਨੂੰ ਮੰਨਿਆ, ਸ਼ਬਦ ਨੂੰ ਨਹੀਂ ਜੀਵਨ ਵਿੱਚ ਵਸਾਇਆ, ਸੇ ਕਿਤ ਆਏ ਸੰਸਾਰ। ਉਹਨਾਂ ਦਾ ਜੀਵਨ ਦੇ ਸੰਸਾਰ ਦੇ ਵਿੱਚ ਆਉਣਾ ਫਿਰ ਬੇਅਰਥ ਹੈ, ਭਾਵ ਕੋਈ ਲਾਭ ਨਹੀਂ ਹੈ। ਜਾਮਦਰ ਬੱਧੇ ਮਾਰੀਐ, ਕੂਕ ਨ ਸੁਣੇ ਪੁਕਾਰ। ਪਾਤਸ਼ਾਹ ਜੀ ਆਖਣ ਲੱਗੇ, ਫਿਰ ਜਿਹੜੇ ਮਾਲਕ ਦੇ ਗੁਰੂ ਦੇ ਸ਼ਬਦ ਨੂੰ ਨਹੀਂ ਜੀਵਨ ਵਿੱਚ ਵਸਾਉਂਦੇ, ਗੁਰੂ ਦੇ ਦੱਸੇ ਸ਼ਬਦ ਅਨੁਸਾਰ ਜੀਵਨ ਨਹੀਂ ਬਤੀਤ ਕਰਦੇ, ਫਿਰ ਕੀ ਹੁੰਦਾ ਹੈ? ਜਮਦਰ ਬੱਧੇ ਮਾਰੀਆਂ, ਉਹ ਜਮ ਦੇ ਦਰਵਾਜ਼ੇ ਤੇ ਫਿਰ ਬੱਧੇ ਮਾਰੀ ਕੁੱਟੀ ਦੇ ਨੇ, ਕਿ ਉਹਨਾਂ ਨੂੰ ਫਿਰ ਹਮੇਸ਼ਾ ਹੀ ਮਾਰ ਪੈਂਦੀ ਰਹਿੰਦੀ ਹੈ ਜਮਾਂ ਦੀ। ਜਮ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਿ ਮਰਨ ਤੋਂ ਬਾਅਦ ਤਾਂ ਨਹੀਂ ਪਤਾ ਜਮਾਂ ਨੇ ਲੈ ਕੇ ਜਾਣਾ ਕਿ ਨਹੀਂ ਜਾਣਾ, ਪਰ ਜਿਉਂਦਿਆਂ ਜੀ ਆ ਜਮ ਜ਼ਰੂਰ ਚਿੰਬੜੇ ਰਹਿੰਦੇ ਹੈ। ਇਹੋ ਹੀ ਹੈ, ਮੁਕਤੀ ਵੀ ਇਹਨਾਂ ਤੋਂ ਹੀ ਪ੍ਰਾਪਤ ਕਰਨ ਦੀ ਗੱਲ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਮਰਨ ਤੋਂ ਬਾਅਦ ਤਾਂ ਪਤਾ ਨਹੀਂ ਕੀ ਹੋਣਾ ਹੈ, ਪਰ ਜਿਉਂਦਿਆਂ ਜੀ ਇਹਨਾਂ ਤੋਂ ਮੁਕਤ ਹੋਣਾ ਹੈ। ਕਿ ਇਹ ਜਗ ਮਿੱਠਾ ਅਗਲਾ ਕਿਨ ਡਿਠਾਏ, ਨਹੀਂ ਪਤਾ ਕਿ ਅਗਲੇ ਜਨਮ ਦੇ ਵਿੱਚ ਕੀ ਹੈ ਜਾਂ ਅੱਗੇ ਕੀ ਹੈ, ਇਹ ਕਿਸੇ ਨੂੰ ਨਹੀਂ ਪਤਾ। ਪਰ ਜਿਨਨੇ ਇਹ ਜਨਮ ਸਵਾਰ ਲਿਆ, ਜਿਨਨੇ ਇਹ ਸਮਾਂ ਆਪਣਾ ਸਵਾਰ ਲਿਆ, ਉਹਦਾ ਅਗਲਾ ਵੀ ਠੀਕ ਹੋਵੇਗਾ, ਸਫਲਾ ਹੋਵੇਗਾ। ਇਸੇ ਕਰਕੇ ਪਾਤਸ਼ਾਹ ਜੀ ਜਮਦਰ ਬੱਧੇ ਹਮੇਸ਼ਾ ਹੀ ਜਿਹੜੇ ਫਿਰ ਜਿਵੇਂ ਪਿਛਲੀ ਪੰਕਤੀ ਅੰਦਰ ਸਤਿਗੁਰੂ ਜੀ ਦੱਸ ਰਹੇ ਨੇ ਕਿ ਸਤਿਗੁਰੂ ਦਾ ਪੱਲਾ ਨਹੀਂ ਫੜਦੇ, ਸਤਿਗੁਰੂ ਦੇ ਦੱਸੇ ਅਨੁਸਾਰ ਜੀਵਨ ਨਹੀਂ ਜਿਉਂਦੇ, ਉਹ ਫਿਰ ਹਮੇਸ਼ਾ ਹੀ ਜਮ ਦੇ ਦਰ ਤੇ ਬੱਧੇ ਫਿਰ ਬੱਧੇ ਰਹਿੰਦੇ ਨੇ। ਭਾਵ ਵਿਕਾਰ ਉਹਨਾਂ ਨੂੰ ਬੰਨ੍ਹ ਕੇ ਰੱਖਦੇ ਨੇ ਆਪਣੇ ਨਾਲ, ਮਾਇਆ ਉਹਨਾਂ ਨੂੰ ਜਕੜ ਕੇ ਰੱਖਦੀ ਹੈ, ਤੇ ਹਮੇਸ਼ਾ ਹੀ ਵਿਕਾਰਾਂ ਦੀਆਂ ਚੋਟਾਂ ਫਿਰ ਪੈਂਦੀਆਂ ਰਹਿੰਦੀਆਂ। ਵਿਕਾਰਾਂ ਵੱਲੋਂ ਕੁੱਟ ਜਿਹੜੀ ਉਹ ਪੈਂਦੀ ਰਹਿੰਦੀ ਹੈ ਕਿ ਜੇ ਕੁਝ ਆ ਗਿਆ ਤੇ ਥੋੜਾ ਖੁਸ਼ ਹੋ ਗਏ, ਜੇ ਕੁਝ ਚਲਾ ਗਿਆ ਤੇ ਬੜੀ ਟੈਨਸ਼ਨ ਹੋ ਜਾਂਦੀ ਹੈ। ਬੜਾ ਕਈ ਤਾਂ ਐਸੇ ਹੁੰਦੇ ਕਿ ਖੁਦਕੁਸ਼ੀ ਤੱਕ ਅੱਪੜ ਜਾਂਦੇ ਹੈ। ਕਿ ਇਹ ਕੀ ਹੈ? ਵਿਕਾਰਾਂ ਦੀਆਂ ਚੋਟਾਂ ਨੇ। ਰਿਸ਼ਤਿਆਂ ਦੇ ਵਿੱਚ ਵੀ ਕੜਵਾਹਟ ਤੇ ਦੂਰ ਉਦੋਂ ਹੋਇਆ ਜਾਂਦਾ ਹੈ ਜਦੋਂ ਵਿੱਚ ਇਹ ਵਿਕਾਰ ਹਾਵੀ ਹੋ ਜਾਣ, ਜਦੋਂ ਕਿਸੇ ਦੀ ਗੱਲ ਨਾ ਸਹੀ ਜਾਵੇ, ਜਾਂ ਕੋਈ ਬਹੁਤਾ ਜਿਹੜਾ ਹੈ ਉਹ ਐਸੇ ਬਚਨ ਬੋਲੇ ਕਿ ਜਿਹੜੇ ਨਾ ਖੁਦ ਸਹੇ ਜਾਣ ਤੇ ਨਾ ਅਗਲੇ ਦੇ ਕਹਿਣ ਵਾਜਬ ਹੋਣ। ਕੀ ਹੁੰਦਾ ਹੈ ਕਿ ਇਹ ਵਿਕਾਰ ਆਪਣੇ ਪ੍ਰਭਾਵ ਦੇ ਨਾਲ ਸਭ ਕੁਝ ਕਰਵਾਉਂਦੇ ਹਨ। ਕੂਕ ਨਾ ਸੁਣੈ ਪੁਕਾਰ, ਸਤਿਗੁਰੂ ਜੀ ਆਖਣ ਲੱਗੇ ਫਿਰ ਕੋਈ ਉਹਨਾਂ ਦੀ ਕੂਕ ਪੁਕਾਰ ਵੱਲ ਧਿਆਨ ਨਹੀਂ ਦਿੰਦਾ। ਕਿ ਭਾਵੇਂ ਦੁਨੀਆ ਦਾ ਕੋਈ ਵੀ ਹੋਵੇ, ਆਖਦਾ ਹੋਏ ਕਿ ਮੈਂ ਦੁੱਖ ਦੂਰ ਕਰ ਦਿਆਂਗਾ, ਕੱਟ ਦੇਵਾਂਗਾ, ਪਰ ਵਿਕਾਰਾਂ ਦੀ ਜਿਹੜੀ ਕੁੱਟ ਹੈ, ਵਿਕਾਰਾਂ ਦੀ ਦਰ ਤੇ ਜਿਹੜਾ ਮਨੁੱਖ ਵੱਜ ਜਾਂਦਾ ਹੈ, ਫਿਰ ਉਹਨਾਂ ਦੀ ਕੂਕ ਪੁਕਾਰ ਕੋਈ ਨਹੀਂ ਸੁਣਦਾ। ਕਿਉਂਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਭੁਲਾ ਦਿੱਤਾ, ਉਹਨਾਂ ਦਾ ਪੱਲਾ ਫਿਰ ਹੋਰ ਕੋਈ ਨਹੀਂ ਫੜਦਾ, ਕਿਉਂਕਿ ਸਤਿਗੁਰੂ ਤੋਂ ਬਿਨਾਂ ਹੋਰ ਕੋਈ ਕਰਨ ਕਰਾਉਣ ਵਾਲਾ ਦੂਜਾ ਨਹੀਂ ਹੈ। ਬਿਰਥਾ ਜਨਮ ਗਵਾਇਆ, ਮਰ ਜੰਮਹਿ ਵਾਰੋ ਵਾਰ। ਪਾਤਸ਼ਾਹ ਜੀ ਆਖਣ ਲੱਗੇ ਉਹਨਾਂ ਨੇ ਫਿਰ ਇਹ ਸਮਾਂ ਹੈ ਜਿਹੜਾ ਇਹ ਵਿਅਰਥ ਹੀ ਗਵਾ ਲਿਆ ਹੈ। ਵਿਕਾਰਾਂ ਦੇ ਵਿੱਚ ਸਤਿਗੁਰੂ ਨੂੰ ਧਿਆਉਣ ਤੋਂ ਬਿਨਾਂ, ਸਤਿਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤਾਉਣ ਤੋਂ ਬਿਨਾਂ ਹੈ ਜਿਹੜਾ ਇਹ ਜਨਮ ਵਿਅਰਥ ਹੀ ਗਵਾ ਲਿਆ ਹੈ। ਮਰ ਜੰਮੈ ਵਾਰੋ ਵਾਰ, ਤੇ ਉਹ ਫਿਰ ਵਾਰੀ ਵਾਰੀ ਜੰਮਦੇ ਮਰਦੇ ਰਹਿੰਦੇ ਹਨ। ਵਾਰੀ ਵਾਰੀ ਹੈ ਜਿਹੜਾ ਉਹਨਾਂ ਨੂੰ ਵਿਕਾਰ ਹੈ ਜਿਹੜਾ ਆਖਾਂ ਜੀਵਾਂ ਵਿਸਰੈ ਮਰ ਜਾਉ। ਇਹ ਫਿਰ ਅਵਸਥਾ ਹੈ ਜਿਹੜੀ ਇਹ ਜੀਵਨ ਉਹਨਾਂ ਦਾ ਸਦਾ ਹੀ ਜਨਮ ਤੇ ਮੌਤ ਦੇ ਰੂਪ ਵਿੱਚ ਬਣਿਆ ਰਹਿੰਦਾ ਹੈ। ਇਹ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸ਼ਰਨਾ। ਇੱਥੇ ਸ਼ਬਦ ਹੈ ਭਜ, ਕੀ ਅਰਥ ਹੈ ਜੀ? ਹਾਂਜੀ, ਇਹਦਾ ਅਰਥ ਭਜਨਾ ਹੈ। ਜਿਹੜੇ ਇਹਦੇ ਨਾਲ ਸਹਿਮਤ ਨੇ ਕਿ ਇਹਦਾ ਅਰਥ ਭਜਨਾ, ਸਿਮਰਨਾ, ਧਿਆਉਣਾ।
कौन कौन सहमत है जी? सिमरना ध्याना। हाँ जी, इधरों पिछली लाइन चो। हाँ जी, पिछों जी। सिमरना ध्याना इस पंक्ति का अर्थ है, शब्द का अर्थ है। कौन कौन सहमत है? तो एक है भजना, दौड़ना। ये नाल कौन कौन सहमत है? ठीक है जी। भज पए सतगुरु शरणा, भज के सतगुरु की शरण में जाण की गल है। आपां पहला विचार कीती सी, जदों आपां शब्द भज पढ़ांगे उदों होएगा भजना। जदों असीं भज पढ़ रहे हैं तो मतलब कि भजना, दौड़ना। स्वरूप इवें ही आवेगा। भजन की गल है, जदों औंकड़ नाल भी आ सकता है, पर इत्थे सानू प्रकरण वेखना पएगा कि ये की पिछे दस रहे है कि जदों ये ओपरी ओपरी आप अर्थ करते हैं, जग जलता देख के, कि जदों कुछ सड़ रहा हो, किसी का घर सड़ रहा हो, तो आप भज के बाहर ही निकलांगे ना। इस तरह यह है, पातशाह जी आखन लगे कि जेड़े मनुख इस जगत नूं विकारां दी तपश विच सड़दा वेख के छेती नाल गुरु दी शरण विच जा पए ने, अते गुरु उन्हां दे हिरदे विच सदा थिर प्रभु दा नाम फिर उन्हें टिका दिता है। जिन्हों समझ आ गई ना सारा जग सड़ रहा है। हुण सड़ना ये नहीं किते अग लगी होए। अग लगन का मतलब है कि हिरदियां दे अंदर, मनां दे अंदर बहुत अग लगी हुई है विकारां दी, कि दौड़ते फिरदे ने, इधरों उधर नहीं जाण दा समा, इधरों उधर नहीं जाण दा समा। ये अग है। इनू इत्थे यह जग, जग की है? एक वचन पुलिंग शब्द है, क्योंकि जग इको है। इस करके नाल ईड़ी नूं सियारी हाहा है, इनू भी औंकड़ इस जग दे करके आई। क्योंकि जेकर अगला शब्द एक वचन पुलिंग होएगा, उसनूं औंकड़ है, तो फिर उस तो पहले अखर नूं भी जिहड़ी है वो औंकड़ आवेगी। भाव पहला शब्द ए जग कि नाल दस्या जा रहा है कि इस जग की गल हो रही है। बहुती वार इस तरह ही आएगा। जे इत्थे विच दी गल हुंदी, जग विच, फिर गग्गे नूं सिहारी आ जानी सी, ते इधरों हाहे नूं भी सिहारी आ जानी सी। इस तरह कि जिवें अगला स्वरूप आएगा उहदे हिसाब दे नाल इहदी मात्रा बदलदी। इहनूं हुण इहो नहीं पढ़ना कि इहो जग उचारण नहीं है। ये जग एक वचन पुलिंग की गल हो रही है। तो जे फिर इहनूं पढ़िया जाएगा, फिर अगले नूं भी इहो जगो इस तरह पढ़िया जाएगा। फिर असीं कई बार, बहुती बार पाठ ये भी देखा जाता, सुनिया जाता, इहो जग फिर इत्थे औंकड़ है जिहड़ी वो उचारण कर गए, तो अगले गग्गे वाली असी छड्ड गए। ये दो रावां हो गई ना, कि एक तो उचारण कर गए तो दूजी छड्ड दित्ती। पर की है, एक वचन पुलिंग दे करके इत्थे ये औंकड़ आई है। यह जग जलता देख के, इहो जग नहीं, यह जग जलता देख के भज पए सतगुरु शरणा। कि पातशाह जी आखन लगे कि जेड़े मनुख फिर उन्होंने समझ पै गई कि ये जगत जिहड़ा है विकारां दी तपश विच सड़ रहा है, कि सड़दा वेख के फिर छेती दे नाल भज के सतगुरु दी शरण विच जा पए हन। सतगुर सच दिड़ाया, सदा सच संजम रहना। पातशाह जी की पावन बाणी की जो असी विचार करते हाँ, दिड़ाया शब्द आउंदा है, दिड़ाया आउंदा है, दिड़ आउंदा है, दृढ़ भी आउंदा है। कई थावां ते पैर दे विच रारा है, कई थावां ते नहीं है। अर्थ दोवां दा इक्को ही है। दृढ़ाउणा तो भाव पक्का करना। सतगुरु जी आखन लगे कि फिर जिहड़े भज के सतगुरु की शरण विच जा पए ने, पहुँच गए ने भज के संसार की तपश नूं वेख के, फिर वो मालक उन्होंने सच्चे प्रभु के नाम विच फिर जोड़ दिंदा है, टिका दिंदा है उस मालक के नाम नूं। अते सदा सच संजम रहना। संजम तो भाव संजम विच, जुगत विच, कि फिर ते नाम विच ते सोहनी जीवन मर्यादा दे विच रहन दी फिर गुरु जिहड़ी है जाच वो सिखा दिंदा है। कि सिखा दी है कि गुरु कोल ही जीवन जाच है ना, जिहड़ा गुरु अनुसारी हो जाता है फिर वो दुनिया तो उच्चा उठ जाता है, वो दुनिया नालों
ਵੱਖਰਾ ਹੋ ਜਾਂਦਾ ਹੈ। ਭਗਤਾਂ ਕੀ ਚਾਲ ਨਿਰਾਲੀ ਬਿਖਮ ਮਾਰਗ ਚੱਲਣਾ, ਕਿ ਉਹਨਾਂ ਦੀ ਚਾਲ ਫਿਰ ਨਿਰਾਲੀ ਹੋ ਜਾਂਦੀ। ਬਿਖਮ ਮਾਰਗ ਕਿਉਂ? ਕਿਉਂਕਿ ਉਹ ਦੁਨੀਆ ਨਾਲੋਂ ਵੱਖਰੇ ਚੱਲਦੇ ਹੈ। ਸਤਿਗੁਰ ਸੱਚਾ ਹੈ ਬੋਹਿ ਥਾ, ਸ਼ਬਦੇ ਭਵ ਜਲ ਤਰਣਾ। ਸਤਿਗੁਰ ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ। ਬੋਹਿਥਾ ਤੋਂ ਭਾਵ ਜਹਾਜ਼ ਕੀ ਸਦਾ ਹੀ ਰਹਿਣ ਵਾਲਾ ਹੈ। ਗੁਰੂ ਕੀ ਹੈ? ਸ਼ਬਦ ਗੁਰੂ ਕੀ ਸ਼ਬਦ ਸਦਾ ਹੀ ਰਹਿਣ ਵਾਲਾ ਹੈ। ਇਹ ਤੇ ਕੋਈ ਅਸਰ ਨਹੀਂ ਹੈ। ਸ਼ਬਦ ਦੇ ਉੱਤੇ ਕਦੇ ਕੋਈ ਅਸਰ ਹੋਇਆ ਕਿ ਸ਼ਬਦ ਜਿਹੜਾ ਹੈ ਉਹਦੇ ਉੱਤੇ ਸਮੇਂ ਦਾ ਫਰਕ ਜਾਂ ਕਿਸੇ ਤਰੀਕੇ ਦਾ? ਸ਼ਬਦ ਸ਼ਬਦ ਹੀ ਰਹਿੰਦਾ। ਤੇ ਸਾਡਾ ਕੀ ਹੈ? ਸ਼ਬਦ ਹੀ ਗੁਰੂ ਹੈ। ਇਸ ਕਰਕੇ ਗੁਰੂ ਸਦਾ ਕਾਇਮ ਰਹਿਣ ਵਾਲਾ ਜਹਾਜ਼ ਹੈ। ਸ਼ਬਦੇ ਭਵਜਲ ਤਰਨਾ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਲੱਖ 84 ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨਾ ਹੋਈ। ਪਾਤਸ਼ਾਹ ਜੀ ਆਖਣ ਲੱਗੇ, ਜਿਹੜੇ ਗੁਰੂ ਦੀ ਸ਼ਰਨ ਤੋਂ ਵਾਂਝੇ ਰਹੇ, ਦੂਰ ਹੀ ਰਹੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਵਸਾਇਆ ਹੀ ਨਹੀਂ, ਉਹ 84 ਲੱਖ ਜੂਨਾਂ ਦੇ ਗੇੜ ਵਿੱਚ ਭਟਕਦੇ ਫਿਰਦੇ ਨੇ। ਭਾਵ ਕਿ ਉਹ ਸਦਾ ਜੰਮਦੇ ਮਰਦੇ ਰਹਿੰਦੇ ਹੈ। ਇਹ ਆਪਾਂ ਵਿਸ਼ਾ ਜਿਹੜਾ ਹੈ ਬਹੁਤ ਚੰਗੀ ਤਰ੍ਹਾਂ ਕਲੀਅਰ ਕੀਤਾ, ਇਸ ਕਰਕੇ ਵਾਰ-ਵਾਰ ਆਪਾਂ ਇਹ ਨਹੀਂ ਕਰਦੇ ਹਾਂ। ਕਹਿਣ ਤੋਂ ਭਾਵ ਹੈ ਸਦਾ ਹੀ ਭਟਕਦੇ ਰਹਿੰਦੇ ਹਨ ਅਤੇ ਬਿਨ ਸਤਿਗੁਰ ਮੁਕਤ ਨਾ ਹੋਈ। ਗੁਰੂ ਤੋਂ ਬਿਨਾ ਇਸ ਗੇੜ ਵਿੱਚੋਂ ਖਲਾਸੀ ਨਹੀਂ ਮਿਲਦੀ ਹੈ। ਗੁਰੂ ਤੋਂ ਬਿਨਾ ਫਿਰ ਇਹਨਾਂ ਵਿਕਾਰਾਂ ਤੋਂ ਤੇ ਜਨਮ ਮਰਨ ਤੋਂ ਮੁਕਤੀ ਨਹੀਂ ਮਿਲਦੀ ਹੈ। ਪੜ ਪੜ ਪੰਡਿਤ ਮੋਨੀ ਥੱਕੇ, ਦੂਜੈ ਭਾਏ ਪਤ ਖੋਈ। ਮੋਨੀ ਤੋਂ ਭਾਵ ਸਮਾਧੀਆਂ ਲਾਉਣ ਵਾਲੇ, ਮੌਨ ਧਾਰੀ ਰੱਖਣ, ਜਿਨ੍ਹਾਂ ਨੇ ਮੌਨ ਧਾਰਿਆ ਹੋਵੇ, ਮੁਖ ਤੋਂ ਬੋਲਦੇ ਹੀ ਨਾ ਹੋਣ। ਸਤਿਗੁਰੂ ਜੀ ਆਖਣ ਲੱਗੇ, ਪੜ ਪੜ ਪੰਡਿਤ ਮੋਨੀ ਥੱਕੇ। ਪੰਡਿਤ ਲੋਕ ਸ਼ਾਸਤਰ ਆਦ ਧਰਮ ਪੁਸਤਕਾਂ ਨੂੰ ਪੜ ਪੜ ਕੇ ਥੱਕ ਗਏ। ਮੌਨ ਧਾਰੀ ਸਾਧੂ ਸਮਾਧੀਆਂ ਲਾ ਲਾ ਕੇ ਥੱਕ ਗਏ। ਦੂਜੇ ਭਾਏ ਪਤ ਖੋਈ। ਸਤਿਗੁਰੂ ਜੀ ਆਖਣ ਲੱਗੇ ਪਿਛਲੇਰੀ ਪੰਕਤੀ ਦੇ ਨਾਲ ਜੋੜ ਕਰਕੇ ਕਿ ਗੁਰੂ ਦੀ ਸ਼ਰਨ ਤੋਂ ਬਿਨਾ 84 ਦਾ ਜਿਹੜਾ ਇਹ ਗੇੜ ਹੈ, ਇਹ ਤੋਂ ਖਲਾਸੀ ਪ੍ਰਾਪਤ ਨਾ ਕਰ ਸਕੇ। ਭਾਵ ਉਹ ਹਮੇਸ਼ਾ ਹੀ ਮਾਇਆ ਤੋਂ, ਵਿਕਾਰਾਂ ਤੋਂ ਫਿਰ ਵੀ ਪ੍ਰਭਾਵਿਤ ਹੀ ਰਹੇ ਕਿ ਵਿਕਾਰ ਨੇ ਜਿਹੜੇ ਉਹ ਜਨਮ ਦਿੰਦੇ ਨੇ, ਉਹੀ ਜਿਹੜਾ ਹੈ ਜਦੋਂ ਛੱਡਦੇ ਨੇ, ਜਦੋਂ ਕਿਤੇ ਸੋਝੀ ਆ ਜਾਂਦੀ ਹੈ ਮਾਲਕ ਦੀ ਰਜ਼ਾ ਦੀ, ਉਦੋਂ ਜੰਮ ਪੈਂਦੇ ਨੇ। ਸਤਿਗੁਰੂ ਜੀ ਆਖਣ ਲੱਗੇ ਕਿ ਮਾਲਕ ਤੋਂ ਬਿਨਾ ਜਿਹੜਾ ਹੈ ਦੂਜੇ ਭਾਏ ਪਤ ਖੋਈ, ਕਿ ਪ੍ਰਭੂ ਤੋਂ ਬਿਨਾ ਹੋਰ ਦੇ ਪਿਆਰ ਵਿੱਚ ਆਪਣੀ ਇੱਜ਼ਤ ਉਹਨਾਂ ਨੇ ਗਵਾ ਲਈ, ਕਿ ਮਾਲਕ ਦੇ ਨਾਲ ਉਹਨਾਂ ਨੇ ਆਪਣੀ ਸੁਰਤ ਹੀ ਨਹੀਂ ਜੋੜੀ, ਹੋਰ ਪਾਸੇ ਧਿਆਨ ਲਾਈ ਰੱਖਿਆ ਤੇ ਆਪਣੀ ਇੱਜ਼ਤ ਹੈ ਜਿਹੜੀ ਉਹ ਗਵਾ ਲਈ। ਸਤਿਗੁਰ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨਾ ਕੋਈ। ਅਵਰ ਤੋਂ ਕੀ ਅਰਥ ਹੈ ਜੀ? ਅਵਰ ਤੋਂ ਭਾਵ ਦੂਜਾ ਜਾਂ ਹੋਰ। ਸਤਿਗੁਰੂ ਜੀ ਆਖਣ ਲੱਗੇ ਕਿ ਸਤਿਗੁਰ ਸ਼ਬਦ ਸੁਣਾਇਆ, ਜਿਸ ਮਨੁੱਖ ਨੂੰ ਗੁਰੂ ਨੇ ਆਪਣਾ ਸ਼ਬਦ ਸੁਣਾ ਦਿੱਤਾ ਅਤੇ ਜਿਸ ਨੇ ਸ਼ਰਧਾ ਧਾਰ ਕੇ ਫਿਰ ਇਹ ਸੁਣ ਲਿਆ, ਜੀਵਨ ਵਿੱਚ ਧਾਰਨ ਕਰ ਲਿਆ, ਉਸ ਨੂੰ ਇਹ ਨਿਸ਼ਚਾ ਹੋ ਗਿਆ ਬਿਨ ਸੱਚੇ ਅਵਰ ਨ ਕੋਈ, ਕਿ ਸੱਚੇ ਪ੍ਰਭੂ ਤੋਂ ਬਿਨਾ ਹੋਰ ਕੋਈ ਜੀਵ ਦਾ ਰਾਖਾ ਨਹੀਂ ਹੈ, ਕਿ ਸਾਡੀ ਸਹਾਇਤਾ ਕਰਨ ਵਾਲਾ ਮਾਲਕ ਤੋਂ ਬਿਨਾ ਹੋਰ ਕੋਈ ਨਹੀਂ ਹੈ। ਉਹੀ ਹੈ ਜਿਹੜਾ ਰਾਖਾ ਹੈ ਸਾਡਾ, ਸਭਨਾ ਜੀਆਂ ਕਾ ਇੱਕ ਦਾਤਾ। ਅਤੇ ਸਤਿਗੁਰੂ ਪਾਤਸ਼ਾਹ ਜੀ ਕਈ ਥਾਵਾਂ ਤੇ ਸਤਿਗੁਰ ਰਖਵਾਲਾ, ਕਿ ਸਾਰਿਆਂ ਥਾਵਾਂ ਤੇ ਉਹ ਮਾਲਕ ਹੀ ਰੱਖਣਹਾਰਾ ਹੈ। ਜੋ ਸੱਚੈ ਲਾਏ
ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ। ਪਾਤਸ਼ਾਹ ਜੀ ਆਖਣ ਲੱਗੇ, ਜੀਵਾਂ ਦੇ ਵੀ ਫਿਰ ਕੀ ਵਸ ਹੈ। ਜਿਨ੍ਹਾਂ ਜੀਵਾਂ ਨੂੰ ਸੱਚੇ ਪ੍ਰਭੂ ਨੇ ਆਪਣੀ ਯਾਦ ਵਿੱਚ ਜੋੜਿਆ, ਜੋ ਸੱਚੈ ਲਾਏ ਸੇ ਸੱਚ ਲੱਗੇ, ਉਹ ਸਦਾ ਥਿਰ ਨਾਮ ਵਿੱਚ ਫਿਰ ਲੱਗਦੇ ਹਨ, ਜੁੜਦੇ ਹਨ। ਨਿਤ ਸੱਚੀ ਕਾਰ ਕਰਨ, ਉਹੀ ਸਦਾ ਇਹ ਨਾਲ ਨਿਭਣ ਵਾਲੀ ਕਾਰ ਕਰਦੇ ਹਨ। ਤਿਨਾਂ ਨਿਜ ਘਰ ਵਾਸਾ ਪਾਇਆ, ਸੱਚੈ ਮਹਿਲ ਰਹਨ। ਉਹਨਾਂ ਬੰਦਿਆਂ ਨੇ ਮਾਇਆ ਦੀ ਭਟਕਣਾ ਤੋਂ ਬਚ ਕੇ ਅੰਤਰ ਆਤਮੇ ਫਿਰ ਟਿਕਾਣਾ ਪ੍ਰਾਪਤ ਕਰ ਲਿਆ ਕਿ ਉਹ ਆਪਣੇ ਅੰਦਰ ਵਿੱਚ ਨਿਜ ਘਰ ਵਾਸਾ ਪਾਇਆ, ਆਪਣੇ ਅੰਦਰ ਹੀ ਉਹ ਵਾਸ ਕਰ ਗਏ, ਟਿਕ ਗਏ ਅਤੇ ਸੱਚੈ ਮਹਿਲ ਰਹਨ। ਉਹ ਬੰਦੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਹੀ ਰਹਿੰਦੇ ਨੇ, ਭਾਵ ਸਦਾ ਹੀ ਉਹਦੇ ਵਿੱਚ ਆਪਣੀ ਸੁਰਤ ਜੋੜ ਕਰਕੇ ਰੱਖਦੇ ਹਨ। ਨਾਨਕ ਭਗਤ ਸੁਖੀਏ ਸਦਾ, ਸੱਚੈ ਨਾਮ ਰਚਨ। ਅਖੀਰਲੀ ਪੰਕਤੀ ਅੰਦਰ ਪਾਤਸ਼ਾਹ ਜੀ ਰਹਿਮਤ ਕਰ ਰਹੇ ਹਨ ਕਿ ਹੇ ਨਾਨਕ, ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸੁਖੀ ਰਹਿੰਦੇ ਨੇ। ਭਗਤ ਸੁਖੀਏ ਸਦਾ ਹੀ ਸੁਖੀ ਰਹਿੰਦੇ ਹਨ, ਜਿਹੜੇ ਮਾਲਕ ਦੀ ਭਗਤੀ, ਮਾਲਕ ਦੇ ਹੁਕਮ ਵਿੱਚ ਰਹਿੰਦੇ ਨੇ। ਸੱਚੈ ਨਾਮ ਰਚਨ, ਉਹ ਸੱਚੇ ਪ੍ਰਭੂ ਦੇ ਨਾਮ ਵਿੱਚ ਸਦਾ ਹੀ ਮਸਤ ਰਹਿੰਦੇ ਨੇ, ਉਹਦੇ ਵਿੱਚ ਹੀ ਜੁੜੇ ਰਹਿੰਦੇ ਹਨ। ਉਹ ਹੋਰ ਕਿਸੇ ਬਾਹਰੀ ਆਦ ਨੂੰ ਤਰਜੀਹ ਨਹੀਂ ਦਿੰਦੇ, ਹਮੇਸ਼ਾ ਹੀ ਉਹ ਜੁੜੇ ਰਹਿੰਦੇ ਹਨ। ਇੱਥੋਂ ਤੱਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਅਸ਼ਟਪਦੀਆਂ ਦੀ ਜਿਹੜੀ ਉਹ ਸੰਪੂਰਨਤਾ ਹੀ ਹੈ। ਹਾਂਜੀ, ਹਾਂਜੀ, ਭਗਤ ਸੁਖੀਏ ਸਦਾ, ਹਾਂਜੀ ਬਹੁਵਚਨ ਹੈ। ਹਾਂਜੀ, ਭਗਤ ਸੁਖੀ ਕਿ ਉਹ ਪਰਮਾਤਮਾ ਦੀ ਭਗਤ ਕਰਨ ਵਾਲੇ ਬੰਦੇ, ਉਹਦੇ ਭਗਤ ਜਿਹੜੇ ਉਹਦੀ ਭਗਤੀ ਕਰਦੇ ਨੇ, ਸਦਾ ਸੁਖੀ, ਉਹ ਸਦਾ ਹੀ ਸੁਖੀ ਰਹਿੰਦੇ ਆ। ਕਿ ਪਿੱਛੇ ਜਿਵੇਂ ਚੱਲਦੀ ਆ ਰਹੀ ਹੈ ਨਾ ਗੱਲ, ਪਿਛਲੇ ਪਾਸਿਓਂ ਉਸ ਦੇ ਅਰਥ ਲਏ ਜਾਣਗੇ ਕਿ ਜਿਹੜੇ ਉਹਦੇ ਨਾਲ ਜੁੜੇ ਨੇ, ਕਿ ਉਹਦੇ ਸੇਵਕ ਜਿਹੜੇ ਉਹਦੇ ਨਾਲ ਜੁੜੇ ਨੇ, ਉਹਦੇ ਨਾਮ ਵਿੱਚ ਨੇ, ਉਹ ਸਦਾ ਹੀ ਸੁਖੀ ਰਹਿੰਦੇ ਹਨ। ਸੋ ਆਓ ਇੱਥੋਂ ਤੱਕ ਗੁਰੂ ਅਮਰਦਾਸ ਪਾਤਸ਼ਾਹੀਆਂ ਦੀ ਅਸ਼ਟਪਦੀਆਂ ਦੀ ਜਿਹੜੀ ਉਹ ਸਮਾਪਤੀ ਹੈ। ਪਿਛਲਾ ਅੰਕ ਹੈ ਜਿਹੜਾ ਉਹ 8 ਅੰਕ ਇਹਨਾਂ ਅਸ਼ਟਪਦੀਆਂ ਦਾ, ਉਸ ਤੋਂ ਬਾਅਦ 17 ਅੰਕ ਪਿਛਲੀਆਂ ਅਸ਼ਟਪਦੀਆਂ ਦਾ ਅਤੇ 8 ਅਸ਼ਟਪਦੀਆਂ ਗੁਰੂ ਅਮਰਦਾਸ ਪਾਤਸ਼ਾਹੀਆਂ ਦਾ। ਟੋਟਲ ਗਿਣਤੀ ਹੈ ਜਿਹੜੀ ਉਹ 25 ਹੋ ਗਈ। ਇੱਥੋਂ ਤੱਕ 25 ਅਸ਼ਟਪਦੀਆਂ ਹੋ ਗਈਆਂ ਹਨ। ਹੁਣ ਅੱਗੇ ਜਿਹੜਾ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀਆਂ ਅਸ਼ਟਪਦੀਆਂ ਦੀ ਕੱਲ ਆਰੰਭਤਾ ਹੋਵੇਗੀ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।